ਸਿੰਘ ਲੈਕਚਰਰ ਫਿਜ਼ਿਕਸ ਅਰਨਿੰਗ ਵਾਲਾ ਸ਼ੇਖਸਬਾਨ। ਅੱਜ ਜਿਹੜਾ ਟੌਪਿਕ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਉਹ ਆਪਣੇ ਕੋਲ ਐਪਲੀਕੇਸ਼ਨ ਆਫ ਗੌਸ ਲਾ ਦੇ ਵਿੱਚ ਹੀ ਜਿਹੜਾ ਨੈਕਸਟ ਆਰਟੀਕਲ ਹੈ ਆਪਣੇ ਕੋਲ ਕੀ ਹੈ, ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਨੀ ਹੈ ਡਿਊ ਟੂ ਇਨਫਾਈਨਾਈਟ ਲੌਂਗ ਚਾਰਜ ਸ਼ੀਟ। 2 ਡਾਇਮੈਂਸ਼ਨਲ ਇੱਕ ਆਪਣੇ ਕੋਲ ਸ਼ੀਟ ਹੈ, ਉਹਦੀ ਆਪਾਂ ਕੀ ਕਰਨੀ ਹੈ, ਉਹਨੂੰ ਯੂਨੀਫਾਰਮਲੀ ਚਾਰਜ ਦਿੱਤਾ ਹੋਇਆ ਪੋਜ਼ਿਟਿਵ ਚਾਰਜ, ਤੇ ਆਪਾਂ ਉਸ ਕਰਕੇ ਇਲੈਕਟ੍ਰਿਕ ਫੀਲਡ ਹੈ ਜਿਹੜੀ ਕੈਲਕੂਲੇਟ ਕਰਨੀ ਹੈ ਬਾਈ ਯੂਜ਼ਿੰਗ ਗੌਸ ਲਾ। ਠੀਕ ਹੈ ਜੀ, ਆਪਾਂ ਨੂੰ ਪਤਾ ਹੈ ਗੌਸ ਲਾ ਆਪਾਂ ਕਿਸ ਤਰ੍ਹਾਂ ਨਾਲ ਅਪਲਾਈ ਕਰਦੇ ਹਾਂ। ਫਸਟ ਆਪਾਂ ਬੋਡੀ ਲੈਂਦੇ ਹਾਂ, ਠੀਕ ਹੈ ਜੀ, ਉਸ ਬੋਡੀ ਤੋਂ ਇੱਕ ਪਰਟੀਕੂਲਰ ਡਿਸਟੈਂਸ ਦੇ ਉੱਪਰ ਆਪਾਂ ਆਬਜ਼ਰਵੇਸ਼ਨ ਪੁਆਇੰਟ ਲੈਂਦੇ ਹਾਂ, ਉਸ ਆਬਜ਼ਰਵੇਸ਼ਨ ਪੁਆਇੰਟ ਦੇ ਥਰੂ ਆਪਾਂ ਗੌਸੀਅਨ ਸਰਫੇਸ ਹੈ ਜਿਹੜਾ ਡਰਾ ਕਰਦੇ ਹਾਂ। ਠੀਕ ਹੈ ਜੀ, ਫਿਰ ਟੋਟਲ ਫਲਕਸ ਦੀ ਵੈਲਿਊ ਕੈਲਕੂਲੇਟ ਕੀਤੀ ਜਾਂਦੀ ਹੈ, ਤੇ ਟੋਟਲ ਫਲਕਸ ਦੀ ਵੈਲਿਊ ਕੈਲਕੂਲੇਟ ਕਰਨ ਤੋਂ ਬਾਅਦ ਗੌਸ ਲਾ ਅਪਲਾਈ ਕਰਕੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਜਿਹੜੀ ਉਹ ਕੈਲਕੂਲੇਟ ਕਰ ਲਈ ਜਾਂਦੀ ਹੈ। ਠੀਕ ਹੈ ਜੀ, ਸੋ ਆਪਾਂ ਇਲੈਕਟ੍ਰਿਕ ਫੀਲਡ ਡਿਊ ਟੂ ਇਨਫਾਈਨਾਈਟ ਲੌਂਗ ਚਾਰਜ ਸ਼ੀਟ ਸ਼ੁਰੂ ਕਰਨ ਤੋਂ ਪਹਿਲਾਂ ਟਾਈਪਸ ਆਫ ਸ਼ੀਟਸ ਬਾਰੇ ਆਪਾਂ ਡਿਸਕਸ ਕਰਾਂਗੇ। ਦੇਖਿਓ ਬੱਚੋ, ਆਪਣੇ ਕੋਲ ਕੀ ਹੈ, 2 ਤਰ੍ਹਾਂ ਦੀਆਂ ਚਾਰਜ ਸ਼ੀਟਸ ਆਪਾਂ ਜਿਹੜੀਆਂ ਉਹ ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ, ਇੱਕ ਤਾਂ ਆਪਣੇ ਕੋਲ ਹੋ ਗਈ ਥਿਨ ਸ਼ੀਟ, ਥਿਨ ਮੈਨੇ ਪਤਲੀ। ਥਿਨ ਸ਼ੀਟ ਦੇ ਵਿੱਚ ਆਪਾਂ ਕੀ ਸਪੋਜ਼ ਕਰਕੇ ਚੱਲਦੇ ਹਾਂ ਵੀ ਆਪਣੇ ਕੋਲ ਕੀ ਹੈ, ਇੱਕ ਸ਼ੀਟ ਹੈ ਜਿਹਦੀ ਆਪਣੇ ਕੋਲ ਥਿਕਨੈਸ ਇਜ਼ ਵੈਰੀ ਸਮਾਲ, ਆਲਮੋਸਟ ਇਕੁਅਲ ਟੂ 0। ਇਨ ਰਿਐਲਿਟੀ ਇਹ ਚੀਜ਼ ਆਪਣੇ ਕੋਲ ਐਗਜ਼ਿਸਟ ਨਹੀਂ ਕਰਦੀ, ਇਹ ਆਈਡੀਅਲ ਕੇਸ ਹੈ। ਠੀਕ ਹੈ ਜੀ, ਇਹਦੇ ਵਿੱਚ ਆਪਣੇ ਕੋਲ ਕੀ ਹੈ, ਜਿਹੜਾ ਵੀ ਚਾਰਜ ਤੁਸੀਂ ਬਾਡੀ ਦੇ ਉੱਪਰ ਦਿੱਤਾ ਹੈ, ਉਸ ਸ਼ੀਟ ਦੇ ਉੱਪਰ ਦਿੱਤਾ ਹੈ, ਤਾਂ ਉਹੀ ਚਾਰਜ ਸੇਮ ਆ ਦੂਸਰੀ ਸਾਈਡ ਦੇ ਉੱਪਰ ਆਪਣੇ ਕੋਲ ਅਪੀਅਰ ਕਰਦਾ। ਕਹਿੰਦਾ ਮਤਲਬ ਉਹਦੀ ਥਿਕਨੈਸ ਹੈ ਜਿਹੜੀ ਉਹ ਆਲਮੋਸਟ ਆਪਣੇ ਕੋਲ ਕੀ ਹੈਗੀ ਹੈ, 0 ਹੈਗੀ ਹੈ। ਇਹ ਆਪਣੇ ਕੋਲ ਕੇਸ ਕੀ ਹੈ ਜਦੋਂ ਅਸੀਂ ਡਿਸਕਸ ਕਰਨਾ ਹੈਗਾ ਥਿਨ ਚਾਰਜ ਸ਼ੀਟ ਬਾਰੇ। ਠੀਕ ਹੈ, ਜੇ ਲਿਖਿਆ ਹੈ ਇਨ ਕੇਸ ਆਫ ਥਿਨ ਚਾਰਜ ਸ਼ੀਟ ਥਿਕਨੈਸ ਇਜ਼ ਵੈਰੀ ਸਮਾਲ ਐਂਡ ਸੇਮ ਚਾਰਜ ਵਿਲ ਅਪੀਅਰ ਔਨ ਬੋਥ ਸਾਈਡ ਆਫ that both side represent the same thing। ਇਹ ਆਈਡੀਅਲ ਕੇਸ ਹੈ। ਠੀਕ ਹੈ ਜੀ, ਇਨ ਰਿਐਲਿਟੀ ਆਪਣੇ ਕੋਲ ਕੀ ਹੁੰਦਾ, ਥਿਕਨੈਸ ਕੋਈ ਨਾ ਕੋਈ ਆਪਣੇ ਕੋਲ ਸ਼ੀਟ ਦੀ ਜ਼ਰੂਰ ਹੁੰਦੀ ਹੈ, ਭਾਵੇਂ ਉਹ ਘੱਟ ਹੋਵੇ। ਸੋ ਸੈਕਿੰਡ ਆਪਣੇ ਕੋਲ ਕੀ ਹੈ, ਰੀਅਲ ਕੇਸ ਦੇ ਵਿੱਚ ਸਾਡੇ ਕੋਲ ਕੀ ਹੈ, ਥਿਕ ਚਾਰਜ ਸ਼ੀਟ। ਥਿਕ ਦੇ ਵਿੱਚ ਆਪਣੇ ਕੋਲ ਕੀ, ਇਨ ਕੇਸ ਆਫ ਦੀ ਥਿਕ ਚਾਰਜ ਸ਼ੀਟ ਥਿਕਨੈਸ ਕੈਨੋਟ ਬੀ ਇਗਨੋਰਡ। ਜਿਵੇਂ ਉਸ ਕੇਸ 'ਚ ਆਪਾਂ ਥਿਕਨੈਸ ਨੂੰ ਆਲਮੋਸਟ 0 ਕਹਿਤਾ ਸੀ। ਬੋਥ ਸਾਈਡ ਵਿਲ ਬਿਹੇਵ ਐਜ਼ 2 ਡਿਫਰੈਂਟ ਥਿਨ ਸ਼ੀਟ। ਮੋਸਟ ਇੰਪੋਰਟੈਂਟ ਪੁਆਇੰਟ ਦੇਖੋ, ਆਪਣੇ ਕੋਲ ਫਿਗਰ ਦੇ ਵਿੱਚ ਸ਼ੋ ਕੀਤਾ ਹੋਇਆ ਹੈ ਵੀ ਇੱਕ ਆਪਣੇ ਕੋਲ ਸ਼ੀਟ ਹੈ ਜਿੰਦਾ ਆਪਣੇ ਕੋਲੇ ਆਪਾਂ ਜ਼ੂਮ ਕਰਕੇ ਵਿਊ ਰਿਪਰੈਜ਼ੈਂਟ ਕੀਤਾ। ਜਿਹੜੀ ਇਹ ਵਾਲੀ ਹੈ ਉੱਪਰ, ਇਹ ਆਪਣੇ ਕੋਲ ਇਹਦੀ ਥਿਕਨੈਸ ਹੈ। ਠੀਕ ਹੈ ਜੀ, ਤੇ ਜਿਹੜੀਆਂ ਇਸ ਸ਼ੀਟ ਦੀਆਂ ਪੈਰਲਰ ਸਾਈਡ ਹੈ ਉਹ ਆਪਣੇ ਕੋਲ ਕੀ ਰਿਪਰੈਜ਼ੈਂਟ ਕਰ ਰਹੀਆਂ, ਉਹਨਾਂ ਦੇ ਉੱਪਰ ਚਾਰਜ ਪੋਜ਼ਿਟਿਵ ਦਿੱਤਾ ਹੋਇਆ ਹੈ। ਉਹ 2 ਸੈਪਰੇਟ ਪੈਰਲਰ ਸ਼ੀਟ ਦੇ ਤੌਰ ਤੇ ਬਿਹੇਵ ਕਰ ਰਹੀਆਂ, 2 ਪੈਰਲਰ ਥਿਨ ਸ਼ੀਟ ਦੇ ਤੌਰ ਤੇ ਬਿਹੇਵ ਕਰ ਰਹੀਆਂ। ਜਿਹੜਾ ਇਹਨਾਂ ਨੂੰ ਚਾਰਜ ਦਿੱਤਾ ਦੋਵਾਂ ਤੇ ਆਪਣੇ ਕੋਲ ਅਲੱਗ-ਅਲੱਗ ਹੈ। ਠੀਕ ਹੈ ਜੀ, ਇਸ ਕੇਸ ਦੇ ਵਿੱਚ ਆਪਾਂ ਫਸਟ ਕੀ ਕਰਾਂਗੇ, ਥਿਨ ਸ਼ੀਟ ਕਰਕੇ ਕੈਲਕੂਲੇਟ ਕਰਾਂਗੇ ਵੈਲਿਊ ਆਪਣੇ ਕੋਲ ਕੀ ਹੁੰਦੀ ਹੈ ਇਲੈਕਟ੍ਰਿਕ ਫੀਲਡ ਦੀ। ਠੀਕ ਹੈ ਜੀ, σ/2 ਐਪਸਾਈਲਨ ਨੋਟ। ਉਸ ਤੋਂ ਬਾਅਦ ਇਸ ਕੇਸ ਨੂੰ ਆਪਾਂ ਰਿਐਲਿਟੀ ਦੇ ਵਿੱਚ ਆਪਣੇ ਕੋਲ ਥਿਕ ਚਾਰਜ ਸ਼ੀਟ ਹੈ ਉਹਦੇ ਵੱਲ ਆਪਾਂ ਐਕਸਟੈਂਡ ਕਰਾਂਗੇ। ਠੀਕ ਹੈ ਜੀ, ਸੋ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਆਰਟੀਕਲ। ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਨੀ ਹੈ ਥਿਨ ਚਾਰਜ ਯੂਨੀਫਾਰਮਲੀ ਸ਼ੀਟ ਆਫ ਲੈਂਥ ਇਨਫਾਈਨਾਈਟ। ਠੀਕ ਹੈ ਜੀ, ਲਓ ਜੀ, ਆਪਣੇ ਕੋਲ ਕੀ ਹੈ, ਲੈਟ ਅਸ ਟੇਕ ਜਿਵੇਂ ਫਸਟ ਆਪਣੇ ਕੋਲ ਪੁਆਇੰਟ ਕੀ ਹੁੰਦਾ ਵੀ ਲੈਟ ਅਸ ਟੇਕ ਬਾਡੀ। ਇੱਥੇ ਆਪਣੇ ਕੋਲ ਬਾਡੀ ਕੀ ਹੈ, ਇੱਕ ਆਪਣੇ ਕੋਲ ਇਨਫਾਈਨਾਈਟ ਚਾਰਜ ਸ਼ੀਟ ਹੈ। ਠੀਕ ਹੈ ਜੀ, ਇਨਫਾਈਨਾਈਟ ਚਾਰਜ ਸ਼ੀਟ ਹੈ ਜਿੰਦੀ ਲੰਬਾਈ ਤੇ ਚੌੜਾਈ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੈ। ਆਈਡੀਅਲ ਕੇਸ ਆਪਾਂ ਸਪੋਜ਼ ਕੀਤਾ ਹੈ ਐਂਡ ਇਟ ਇਜ਼ ਯੂਨੀਫਾਰਮਲੀ ਪੋਜ਼ਿਟਿਵ ਚਾਰਜ। ਕੋਈ ਵੀ ਚਾਰਜ ਦੇ ਸਕਦੇ ਹਾਂ, ਬਟ ਅਸੀਂ ਕਿਹੜਾ ਚਾਰਜ ਲੈ ਕੇ ਚੱਲਦੇ ਹੁੰਦੇ ਹਾਂ, ਪੋਜ਼ਿਟਿਵ ਚਾਰਜ, ਕਿਉਂਕਿ ਸਾਨੂੰ ਪਤਾ ਹੈ ਪੋਜ਼ਿਟਿਵ ਚਾਰਜ ਦੇ ਵਿੱਚ ਇਲੈਕਟ੍ਰਿਕ ਫੀਲਡ ਹਮੇਸ਼ਾ ਕੀ ਹੁੰਦੀ ਹੈ, ਰੇਡੀਅਲੀ ਆਊਟਵਰਡ ਹੁੰਦੀ ਹੈ, ਨਾਰਮਲ ਟੂ ਦੀ ਸਰਫੇਸ। ਇਲੈਕਟ੍ਰਿਕ ਫੀਲਡ ਦੀ ਪ੍ਰੋਪਰਟੀ ਹੈ। ਸੈਕਿੰਡ ਪੁਆਇੰਟ ਆਪਣੇ ਕੋਲ ਕੀ ਹੈ, ਅਸੀਂ ਗੌਸੀਅਨ ਸਰਫੇਸ ਡਰਾ ਕਰਨਾ। ਠੀਕ ਹੈ ਜੀ, ਜਿਹੜਾ ਇਹਦੇ ਵਿੱਚ ਦੀ ਪਾਸ ਕਰੇ, ਬਾਡੀ ਨੂੰ ਕਵਰ ਕਰੇ, ਬਟ ਇੱਥੇ ਕੀ ਹੈ, ਲੈਂਥ ਇਨਟੂ ਬ੍ਰੈਡਥ, ਲੰਬਾਈ ਚੌੜਾਈ ਬਹੁਤ ਜ਼ਿਆਦਾ ਹੈ, ਇਨਫਾਈਨਾਈਟ ਹੈ। ਸੋ ਆਪਾਂ ਇੱਕ ਗੌਸੀਅਨ ਸਰਫੇਸ ਡਰਾ ਕਰਾਂਗੇ ਜਿਹੜਾ ਇਸ ਸ਼ੀਟ ਨੂੰ ਕੱਟ ਕਰਕੇ, ਠੀਕ ਹੈ ਜੀ, ਪਾਸ ਕਰਦਾ। ਇਸ ਸ਼ੀਟ ਨੂੰ ਕੱਟ ਕਰਕੇ ਪਾਸ ਕਰ ਰਿਹਾ। ਲੈਟ ਦਿਸ ਇਜ਼ ਦੀ ਸਿਲੰਡਰੀਕਲ ਗੌਸੀਅਨ ਸਰਫੇਸ। ਸਿਲੰਡਰੀਕਲ ਗੌਸੀਅਨ ਸਰਫੇਸ ਹੈ ਜਿਹੜਾ ਉਹ ਆਪਾਂ ਸਪੋਜ਼ ਕੀਤਾ। ਠੀਕ ਹੈ ਜੀ, ਥਰਡ ਪੁਆਇੰਟ ਆਪਣੇ ਕੋਲ ਕੀ ਹੁੰਦਾ, ਗੌਸੀਅਨ ਸਰਫੇਸ ਡਰਾ ਕਰਨ ਤੋਂ ਬਾਅਦ ਅਸੀਂ ਉਸ ਗੌਸੀਅਨ ਸਰਫੇਸ ਦੇ ਥਰੂ ਟੋਟਲ ਫਲਕਸ ਹੈ ਜਿਹੜੀ ਅਸੀਂ ਕੈਲਕੂਲੇਟ ਕਰਨੀ ਹੁੰਦੀ ਹੈ। ਇਹਦੇ ਵਿੱਚ ਆਪਣੇ ਕੋਲ 3 ਕੇਸਿਸ ਬਣ ਸਕਦੇ ਹੈ। ਫਸਟ ਆਪਣੇ ਕੋਲ ਕੀ ਹੈ, ਸਰਕੂਲਰ ਪਾਰਟ ਕਰਕੇ, ਸੈਕਿੰਡ ਵੀ ਸਰਕੂਲਰ ਪਾਰਟ ਕਰਕੇ,
ਤੇ ਥਰਡ ਆਪਣੇ ਕੋਲ ਕੀ ਹੈ, ਕੋਈ ਵੀ ਜਿਹੜਾ ਆਪਣੇ ਕੋਲ ਕਰਵਡ ਸਰਫੇਸ ਹੈ ਜਿਹੜਾ ਆਪਣੇ ਕੋਲ ਇਹ ਵਾਲਾ, ਇਹਦੇ ਕਰਕੇ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਸੋ ਟੋਟਲ ਫਲਕਸ ਹੈ ਜਿਹੜੀ ਆਪਣੇ ਕੋਲ ਕਿੰਦੇ ਬਰਾਬਰ ਹੋਊਗੀ, φ = φ1 + φ2 + φ3। ਠੀਕ ਹੈ ਜੀ। ਇਲੈਕਟ੍ਰਿਕ ਫਲਕਸ ਦਾ ਸਾਨੂੰ ਫਾਰਮੂਲਾ ਪਤਾ ਹੈ ਵੀ φ ਆਪਣੇ ਕੋਲ ਕਿੰਦੇ ਬਰਾਬਰ ਹੁੰਦਾ ਹੈ, E ਵੈਕਟਰ ਡਾਟ ds ਵੈਕਟਰ, ਇਹ ਆਪਣੇ ਕੋਲ ਫਾਰਮੂਲਾ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਨੂੰ ਕੀ ਚਾਹੀਦਾ ਹੁੰਦਾ, E ਵੈਕਟਰ ਤੇ ds ਵੈਕਟਰ ਦੇ ਵਿਚਕਾਰ ਆਪਣੇ ਕੋਲ ਕੀ ਚਾਹੀਦਾ, ਐਂਗਲ। ds ਵੈਕਟਰ ਦੇ ਵਿਚਕਾਰ ਇਹਨੂੰ ਅਸੀਂ ਏਰੀਆ ਵੈਕਟਰ ਕਹਿੰਦੇ ਆ। ਇਹ n ਵੈਕਟਰ ਆਪਣੇ ਕੋਲ ਕੀ ਹੈ, ਯੂਨਿਟ ਵੈਕਟਰ ਹੁੰਦਾ ਜਿਹੜਾ ਆਊਟਵਰਡ ਨਾਰਮਲ ਡਾਇਰੈਕਸ਼ਨ ਦੇ ਵਿੱਚ ਹੁੰਦਾ ਹਮੇਸ਼ਾ। ਠੀਕ ਹੈ ਜੀ। ਜੇਕਰ ਅਸੀਂ ਫਸਟ ਪਾਰਟ ਦੀ ਗੱਲ ਕਰਦੇ ਹਾਂ, ਇਸ ਸਰਕਲ ਦੀ ਅਸੀਂ ਗੱਲ ਕਰਦੇ ਹਾਂ, ਇਸ ਏਰੀਆ ਦੀ ਗੱਲ ਕਰਦੇ ਹਾਂ, ਤਾਂ ਇਹਦਾ ਆਊਟਵਰਡ ਨਾਰਮਲ ਕੀ ਹੋਊਗਾ, ਜਿਹੜਾ ਇਸ ਸਰਫੇਸ ਦੇ 90 ਡਿਗਰੀ ਤੇ ਹੋਊਗਾ, n ਕੈਪ। ਐਂਡ ਵਾਟ ਵਿਲ ਬੀ ਦ ਡਾਇਰੈਕਸ਼ਨ ਆਫ ਦ ਇਲੈਕਟ੍ਰਿਕ ਫੀਲਡ। ਇਲੈਕਟ੍ਰਿਕ ਫੀਲਡ ਵੀ ਕੀ ਹੁੰਦੀ ਹੈ, ਰੇਡੀਅਲੀ ਆਊਟਵਰਡ। ਠੀਕ ਹੈ ਜੀ। ਇਸ ਤਰ੍ਹਾਂ ਇੱਥੋਂ ਜਿਹੜੀ ਇਲੈਕਟ੍ਰਿਕ ਫੀਲਡ ਹੈ ਉਹ ਇਸ ਤਰ੍ਹਾਂ ਨਾਲ ਕੀ ਹੋਏਗੀ, ਰੇਡੀਅਲੀ ਆਊਟਵਰਡ ਹੋਏਗੀ। ਇਹਦਾ ਮਤਲਬ ਇਲੈਕਟ੍ਰਿਕ ਫੀਲਡ ਤੇ ਯੂਨਿਟ ਵੈਕਟਰ n ਹੈ, ਬੋਥ ਆਰ ਇਨ ਦੀ ਸੇਮ ਡਾਇਰੈਕਸ਼ਨ। ਥੀਟਾ ਆਪਣੇ ਕੋਲ ਕੀ ਹੋਊਗਾ, 0 ਡਿਗਰੀ। ਸਿਮਿਲਰ ਵਿਲ ਬੀ ਦੀ ਕੇਸ ਆਫ ਦੀ ਸੈਕੰਡ ਸਰਕੂਲਰ ਪਾਰਟ, ਆਊਟਵਰਡ ਨਾਰਮਲ ਇਧਰਲੀ ਸਾਈਡ ਤੇ ਹੋਊਗਾ, ਕਿਉਂਕਿ ਬਹੁਤ ਜ਼ਿਆਦਾ ਥਿਨ ਸ਼ੀਟ ਹੈ, ਇਸ ਲਈ ਸੇਮ ਚਾਰਜ ਦੂਸਰੀ ਸਾਈਡ ਤੇ ਵੀ ਅਪੀਅਰ ਕਰੂਗਾ। ਸੋ ਇੱਧਰ ਵੀ ਇਲੈਕਟ੍ਰਿਕ ਫੀਲਡ ਕੀ ਹੋਊਗੀ, ਰੇਡੀਅਲੀ ਆਊਟਵਰਡ ਹੋਊਗੀ। ਸੋ ਇਹਨਾਂ ਦੇ ਕੇਸ ਦੇ ਵਿੱਚ ਵੀ ਥੀਟਾ ਆਪਣੇ ਕੋਲ ਕੀ ਹੈ, 0। ਥਰਡ ਅਸੀਂ ਕਰਵਡ ਸਰਫੇਸ ਦੀ ਗੱਲ ਕਰਦੇ ਹਾਂ। ਇੱਧਰ ਅਸੀਂ ਸਮਾਲ ਪਾਰਟ ਆ ਜਿਹੜਾ ਉਹ ਸਿਲੈਕਟ ਕੀਤਾ। ਠੀਕ ਹੈ ਜੀ। ਆਊਟਵਰਡ ਨਾਰਮਲ n ਕੈਪ ਆਪਣੇ ਕੋਲ ਕੀ, ਕਿਉਂਕਿ 90 ਡਿਗਰੀ ਤੇ ਹੋਣਾ ਉਸ ਸਰਫੇਸ ਦੇ। ਹੁਣ ਇਲੈਕਟ੍ਰਿਕ ਫੀਲਡ ਕੀ ਹੈ, ਰੇਡੀਅਲੀ ਆਊਟਵਰਡ। ਰੇਡੀਅਲੀ ਆਊਟਵਰਡ ਦਾ ਮਤਲਬ ਇੱਧਰਲੀ ਡਾਇਰੈਕਸ਼ਨ ਦੇ ਵਿੱਚ। ਠੀਕ ਹੈ ਜੀ। ਭਾਵੇਂ ਇਹਨੂੰ ਐਕਸਟੈਂਡ ਕਰਕੇ ਸੈਂਟਰ ਦੇ ਵਿੱਚ ਲੈ ਜਾਓ, ਪਹਿਲਾਂ ਵਾਲੀ ਇਲੈਕਟ੍ਰਿਕ ਫੀਲਡ ਨਾਲ ਇਹਦਾ ਐਂਗਲ ਆਪਣੇ ਕੋਲ ਕੀ ਬਣ ਰਿਹਾ, 90 ਡਿਗਰੀ। ਕਹਿੰਦਾ ਮਤਲਬ ਇਸ ਕੇਸ ਦੇ ਵਿੱਚ ਜਿਹੜਾ ਥੀਟਾ 90 ਡਿਗਰੀ ਹੈ। ਜਿਹੜਾ ਕਰਵਡ ਸਰਫੇਸ ਹੈ ਉਹ ਕੰਟਰੀਬਿਊਟ ਨਹੀਂ ਕਰੇਗਾ, ਕਿਉਂਕਿ ਵੀ ਨੋ ਦੈਟ E ਵੈਕਟਰ ਡਾਟ ds ਵੈਕਟਰ ਦੀ ਜੇ ਅਸੀਂ ਵੈਲਿਊ ਕੈਲਕੂਲੇਟ ਕਰੀਏ ਤਾਂ cos 0 ਹੈ ਜਿਹੜਾ ਉਹ ਹੀ ਕੰਟਰੀਬਿਊਟ ਕਰਦਾ ਹੈ। ਫਸਟ ਕੇਸ ਦੇ ਵਿੱਚ ਆਪਣੇ ਕੋਲ ਬਣ ਗਿਆ ਫਸਟ ਸਰਕੂਲਰ ਪਾਰਟ EDS cos of 0 ਡਿਗਰੀ, ਖੋਲ ਕੇ ਲਿਖਿਆ ਆਪਾਂ ਇਹਨੂੰ। ਸੈਕੰਡ ਸਰਕੂਲਰ ਪਾਰਟ EDS cos of 0 ਡਿਗਰੀ, ਫਿਗਰ ਤੋਂ ਆਪਾਂ ਨੂੰ ਕਲੀਅਰ ਹੈ। ਥਰਡ ਕਰਵਡ ਪਾਰਟ, ਕਰਵਡ, ਇਹਦੀ ਵੈਲਿਊ ਆਪਣੇ ਕੋਲ ਕੀ ਹੈ, EDS cos of 90 ਡਿਗਰੀ। ਠੀਕ ਹੈ ਜੀ। ਆਪਾਂ ਇਕੁਏਸ਼ਨ ਨਾਲ ਲਿਖਦੇ ਹੁੰਦੇ 0 1 1 0। ਠੀਕ ਹੈ ਜੀ। cos 90 ਡਿਗਰੀ ਦੀ ਵੈਲਿਊ 0 ਹੁੰਦੀ ਹੈ, ਇਸ ਲਈ ਇਹ ਪਾਰਟ ਆਪਣੇ ਕੋਲ ਕੰਟਰੀਬਿਊਟ ਨਹੀਂ ਕਰੇਗਾ। ਸੋ ਟੋਟਲ ਫਲਕਸ ਜਿਹੜੀ ਸਾਡੇ ਕੋਲ ਆ ਗਈ, cos 0 ਦੀ ਵੈਲਿਊ 1 ਹੋ ਗਈ, ਤੇ ਇਹ ਵੈਲਿਊ ਆਪਣੇ ਕੋਲ ਕੀ E ਹੈ, ਜਿਹੜੀ ਇਲੈਕਟ੍ਰਿਕ ਫੀਲਡ ਹੈ ਉਹ Q ਦੇ ਉੱਪਰ ਤੇ R ਦੇ ਉੱਪਰ ਡਿਪੈਂਡ ਕਰਦੀ ਹੈ। ਚਾਰਜ ਹੈ ਜਿਹੜਾ ਸੇਮ ਹੈ। ਠੀਕ ਹੈ ਜੀ। ਤੇ ਇੱਕ ਸਿਲੰਡਰ ਦੀ ਐਕਸਿਸ ਤੋਂ ਜਿਹੜਾ ਡਿਸਟੈਂਸ ਹੈ ਆਬਜ਼ਰਵੇਸ਼ਨ ਪੁਆਇੰਟ ਦਾ, ਜੇ ਅਸੀਂ ਲੈਂਦੇ ਹਾਂ ਸੈਂਟਰ ਤੋਂ, ਸੇਮ ਅਸੀਂ R ਲੈ ਕੇ ਚੱਲੀਏ ਤਾਂ ਇਲੈਕਟ੍ਰਿਕ ਫੀਲਡ ਦੀ ਵੈਲਿਊ ਯੂਨੀਫਾਰਮ ਹੋਏਗੀ, ਇਸ ਲਈ ਇਲੈਕਟ੍ਰਿਕ ਫੀਲਡ ਬਾਹਰ ਕੱਢਦੀ ਹੈ EDS। ਸੈਕੰਡ ਕੇਸ 'ਚ ਵੀ ਕੀ ਹੋਏਗੀ, ਸੇਮ, ਕਿਉਂਕਿ ਸੇਮ ਏਰੀਆ ਅਸੀਂ ਸਿਲੰਡਰ ਦਾ ਲੈ ਕੇ ਚੱਲ ਰਹੇ ਹਾਂ, ਸਰਕਲ ਦਾ, ਦੋਵੇਂ ਪਾਰਟ ਤੇ ਜਿਹੜਾ ਹੈਗਾ, ਇਸ ਲਈ ਟੋਟਲ ds ਆਪਣੇ ਕੋਲ ਕੀ ਹੈ, ਟੋਟਲ ਏਰੀਆ ਆਫ ਦੀ ਸਰਕਲ, ਟੋਟਲ ਏਰੀਆ ਆਫ ਦੀ ਸਰਕਲ। ਇੱਥੇ ਅਸੀਂ πr ਨਾ ਪੁੱਟ ਕਰਕੇ ਅਸੀਂ ਇਹਨੂੰ s ਜਿਹੜਾ ਉਹ ਆਪਾਂ ਪੁੱਟ ਕਰ ਦਿਆਂਗੇ। ਠੀਕ ਹੈ ਜੀ। ਸੋ ਆਪਣੇ ਕੋਲ ਜਿਹੜਾ ਟੋਟਲ ਫਲਕਸ ਬਣ ਗਈ E, ਇਹਨੂੰ ਅਸੀਂ ਸਾਰੇ ਏਰੀਆ ਨੂੰ ਅਸੀਂ s ਨਾਲ ਰਿਪਰੈਜ਼ੈਂਟ ਕਰਤਾ, πr² ਦੇ ਤੌਰ ਤੇ ਨਾ ਰਿਪਰੈਜ਼ੈਂਟ ਕਰਕੇ। ਠੀਕ ਹੈ ਜੀ। ਸਿਮਿਲਰਲੀ ਇੱਥੇ ਵੀ ਆਪਣੇ ਕੋਲ s, ਇਹਦਾ ਮਤਲਬ ES ਜਮਾ ES। ਸੋ ਟੋਟਲ ਫਲਕਸ ਸਾਡੇ ਕੋਲ ਕੀ ਆ ਗਈ, 2ES। ਇਹ ਤਾਂ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ। ਠੀਕ ਹੈ ਜੀ। ਨੈਕਸਟ ਸਟੈਪ ਦੇਖੋ, ਇੱਧਰ ਵੀ ਦੇਖੋ ਆਪਣੇ ਕੋਲ ਆ ਸੇਮ ਚੀਜ਼ ਹੀ ਆਪਾਂ ਇੱਧਰ ਲਿਖ ਰਹੇ ਹਾਂ। ਫਿਗਰ ਆਪਣੇ ਕੋਲ ਬਣਾਈ ਹੈ, ਆ ਕਰਵਡ ਸਰਫੇਸ ਹੈ, ਆ ਸਰਕੂਲਰ ਹੈ, n ਕੈਪ ਤੇ E ਸੇਮ ਡਾਇਰੈਕਸ਼ਨ 'ਚ ਹੈ, ਥੀਟਾ 0 ਡਿਗਰੀ, ਇੱਥੇ ਵੀ ਥੀਟਾ 0 ਡਿਗਰੀ, ਇੱਥੇ ਥੀਟਾ 90 ਡਿਗਰੀ। ਠੀਕ ਹੈ ਜੀ। ਆ ਕੰਟਰੀਬਿਊਟ ਨਹੀਂ ਕਰੇਗਾ 90 ਵਾਲਾ, ਬਾਕੀ ਦੋਵੇਂ ਕੰਟਰੀਬਿਊਟ ਕਰਨਗੇ। ਹਰੇਕ ਦੀ ਵੈਲਿਊ ਕਿੰਨੀ ਹੈ, E/S। ਸੋ ਟੋਟਲ ਫਲਕਸ ਆਪਣੇ ਕੋਲ ਕੀ ਆ ਗਈ, E/2/E/S, E ਜਮਾ S, ES ਜਮਾ ES। ਠੀਕ ਹੈ ਜੀ। ਇਹ ਵੈਲਿਊ ਆਪਣੇ ਕੋਲ ਆ ਗਈ। ਹੁਣ ਥਰਡ ਸਟੈਪ ਆਪਾਂ ਨੂੰ ਪਤਾ ਹੈ, ਜਿਹੜਾ ਲਾਸਟ ਸਟੈਪ ਅਸੀਂ ਅਪਲਾਈ ਕਰਦੇ ਹਾਂ ਉਹ ਹੁੰਦਾ ਹੈ ਗੌਸ ਲਾ ਨੂੰ ਅਪਲਾਈ ਕੀਤਾ ਜਾਵੇ। ਟੋਟਲ ਫਲਕਸ ਅਸੀਂ ਕੈਲਕੂਲੇਟ ਕਰ ਲਈ ਸੀ। ਗੌਸ ਲਾ ਆਪਣੇ ਕੋਲ ਕੀ ਕਹਿੰਦਾ ਵੀ φ ਆਪਣੇ ਕੋਲ ਕਹਿੰਦੇ ਬਰਾਬਰ ਹੈ Q/ε0। Q ਇਜ਼ ਦੀ ਟੋਟਲ ਚਾਰਜ ਜਿਹੜਾ ਸ਼ੀਟ ਦੇ ਉੱਤੇ ਅਸੀਂ ਦਿੱਤਾ ਹੋਇਆ। ਸੋ ਇਹਦੇ ਤੋਂ ਆਪਾਂ ਜੇ ਸਿੱਧਾ ਇਸ ਚੀਜ਼ ਤੋਂ ਅੱਗੇ ਜੇ ਅਸੀਂ ਇੱਧਰ ਆਪਾਂ ਸੋਲਵ ਕਰਦੇ ਹਾਂ ਤਾਂ
E ਦੀ ਵੈਲਿਊ ਸਾਡੇ ਕੋਲ ਕੀ ਹੋਗੀ 2s ਜੇ ਅਸੀਂ ਉਧਰਲੀ ਸਾਈਡ ਤੇ ਲੈ ਜੰਨੇ ਬਣ ਗਿਆ 2s ਐਪਸਾਈਲਨ ਨੋਟ। ਹੁਣ ਜਿਹੜਾ Q ਹੈ ਟੋਟਲ ਚਾਰਜ ਜਿਹੜਾ ਆਪਾਂ ਸ਼ੀਟ ਦੇ ਉੱਪਰ ਦਿੱਤਾ, ਜੇਕਰ ਅਸੀਂ ਇਹਨੂੰ ਸਰਫੇਸ ਚਾਰਜ ਡਿਸਟ੍ਰੀਬਿਊਸ਼ਨ ਦੇ ਕੋਫੀਸ਼ੀਐਂਟ ਸਿਗਮਾ ਦੀ ਫਾਰਮ 'ਚ ਕਨਵਰਟ ਕਰਨਾ, ਉਹ ਕਹਿੰਦੇ ਬਰਾਬਰ ਹੁੰਦਾ ਟੋਟਲ ਚਾਰਜ ਬਾਈ ਟੋਟਲ ਏਰੀਆ। ਇਸ ਨਾਲ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਟੋਟਲ ਏਰੀਆ ਨੂੰ। ਤਾਂ ਚਾਰਜ ਆਪਣੇ ਕੋਲ ਇਹ ਕਿਸ ਚੀਜ਼ ਦੇ ਬਰਾਬਰ ਆਇਆ Q is equal to sigma into s। Q is equal to sigma into s। ਸੋ ਅਸੀਂ ਇਲੈਕਟ੍ਰਿਕ ਫੀਲਡ ਦੀ ਜਿਹੜੀ ਵੈਲਿਊ ਹੈ ਤੇ Q ਦੀ ਪੁੱਟ ਕਰੀਏ, Q into ਦੀ ਵੈਲਿਊ ਪੁੱਟ ਕੀਤੀ, Q is equal to sigma into s। ਥੱਲੇ ਆਪਣੇ ਕੋਲ ਆ ਗਿਆ 2s ਐਪਸਾਈਲਨ ਨੋਟ, s ਨਾਲ s ਕੈਂਸਲ। ਸੋ ਵੈਲਿਊ ਆਪਣੇ ਕੋਲ ਕੀ ਆ ਗਈ sigma by 2 epsilon naught। This is the value of the electric field generated at the observation point due to thin sheet which is of infinite length and uniformly charged। ਇਹ ਆਪਾਂ ਯਾਦ ਰੱਖਣਾ, ਇਹਨੂੰ ਅਸੀਂ ਅਗਾਂਹ ਜਾ ਕੇ ਯੂਜ਼ ਕਰਨਾ। ਠੀਕ ਹੈ ਜੀ, ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ। ਹੁਣ ਅਸੀਂ ਸੈਕੰਡ ਕੇਸ ਜਿਹੜਾ ਸਪੈਸ਼ਲ ਕੇਸ ਹੈ ਉਸ ਕੇਸ ਵੱਲ ਆਪਾਂ ਸ਼ਿਫਟ ਕਰਦੇ ਹਾਂ। ਅਸੀਂ ਕੈਲਕੂਲੇਟ ਕਰਦੇ ਹਾਂ ਵੀ ਜੇਕਰ ਜਿਹੜੀ ਸ਼ੀਟ ਹੈ ਉਹ ਆਪਣੇ ਕੋਲ ਥਿਕ ਸ਼ੀਟ ਹੋਵੇ, ਜਿੰਦੀ ਮੋਟਾਈ ਕੋਈ ਨਾ ਕੋਈ ਹੋਵੇ। ਠੀਕ ਹੈ ਜੀ, ਜਿਵੇਂ ਇੱਥੇ ਆਪਣੇ ਕੋਲ ਆ ਫਿਗਰ ਦੇ ਵਿੱਚ ਆਪਾਂ ਸ਼ੋ ਕੀਤੀ ਹੈ, ਲੈਟ ਦਿਸ ਇਜ਼ ਦੀ ਥਿਕਨੈਸ ਆਫ ਦੀ ਸ਼ੀਟ, ਲੈਟ ਇਟ ਇਜ਼ ਯੂਨੀਫਾਰਮਲੀ ਪੋਜ਼ਿਟਿਵ ਚਾਰਜ ਇਹਦੇ ਉੱਪਰ ਆਪਾਂ ਦਿੱਤਾ ਹੈ। ਬਟ ਇੱਥੇ ਕੀ ਹੈ, ਸੇਮ ਚਾਰਜ ਬੈਕ ਸਾਈਡ ਤੇ ਅਪੀਅਰ ਨਹੀਂ ਹੋਊਗਾ। ਇਟ ਵਿਲ ਬੀ ਐਜ਼ ਇਫ ਟੂ ਪੈਰਲਰ ਥਿਨ ਸ਼ੀਟਸ ਆਰ ਪਲੇਸਡ। ਠੀਕ ਹੈ ਜੀ, ਦੋ ਸ਼ੀਟ ਦੀ ਤਰ੍ਹਾਂ ਬਿਹੇਵ ਕਰੇਗਾ। ਸੋ ਇਫ ਵੀ ਆਰ ਟੇਕਿੰਗ ਦਿਸ ਐਜ਼ ਏ ਅਬਜ਼ਰਵੇਸ਼ਨ ਪੁਆਇੰਟ P, ਦੇਖੋ ਜੇਕਰ ਇਸ ਚੀਜ਼ ਨੂੰ ਅਸੀਂ ਰਿਪਰੈਜ਼ੈਂਟ ਕਰੀਏ ਇਸ ਤਰ੍ਹਾਂ ਨਾਲ, ਇਸ ਡਾਇਗਰਾਮ ਦੇ ਅਕੋਰਡਿੰਗਲੀ ਆਪਾਂ ਇਹਨੂੰ ਦੀ ਵਿਜ਼ਿਬਿਲਿਟੀ ਨੂੰ ਵਧਾਉਣ ਦੀ ਕੋਸ਼ਿਸ਼ ਕਰੀਏ। ਇਹ ਆਪਣੇ ਕੋਲ ਇੱਕ ਥਿਕ ਸ਼ੀਟ ਹੋ ਗਈ, ਇੱਥੇ ਆਪਣੇ ਕੋਲ ਪੋਜ਼ਿਟਿਵ ਚਾਰਜ ਹੈ, ਇੱਧਰ ਵੀ ਆਪਣੇ ਕੋਲ ਪੋਜ਼ਿਟਿਵ ਚਾਰਜ ਹੈ। ਠੀਕ ਹੈ ਜੀ, ਅਬਜ਼ਰਵੇਸ਼ਨ ਪੁਆਇੰਟ ਇੱਧਰਲੀ ਸਾਈਡ ਤੇ ਲੈ ਲਓ ਜਾਂ ਇੱਧਰ ਲੈ ਲਓ। ਅਸੀਂ ਵੈਲਿਊ ਕੈਲਕੂਲੇਟ ਕਰਨਾ ਚਾਹੁੰਦੇ ਹਾਂ ਇਲੈਕਟ੍ਰਿਕ ਫੀਲਡ ਦੀ। ਮੰਨ ਲਓ ਇਸ ਨੂੰ ਅਸੀਂ A ਸਾਈਡ ਕਹਿਤਾ ਤੇ ਇਹਨੂੰ ਆਪਾਂ B ਕਹਿਤਾ। ਇਲੈਕਟ੍ਰਿਕ ਫੀਲਡ ਇਜ਼ ਰੇਡੀਅਲੀ ਆਊਟਵਰਡ, ਇਲੈਕਟ੍ਰਿਕ ਫੀਲਡ ਦੀ ਵੈਲਿਊ ਰੇਡੀਅਲ ਆਊਟਵਰਡ ਹੋਊਗੀ ਤਾਂ ਇੱਧਰਲੀ ਸਾਈਡ ਤੇ ਹੋਊਗੀ, ਇੱਧਰਲੀ ਸਾਈਡ ਤੇ ਵੀ ਆਪਣੇ ਕੋਲ ਕੀ ਹੋਊਗੀ ਰੇਡੀਅਲੀ ਆਊਟਵਰਡ, E ਤੇ E of B। ਠੀਕ ਹੈ ਜੀ, ਰੇਡੀਅਲੀ ਆਊਟਵਰਡ ਜੇਕਰ ਅਬਜ਼ਰਵੇਸ਼ਨ ਪੁਆਇੰਟ ਆਪਣੇ ਕੋਲ ਰਾਈਟ ਹੈਂਡ ਸਾਈਡ ਤੇ ਆਪਾਂ ਲਿਆ। ਸੋ ਟੋਟਲ ਇਲੈਕਟ੍ਰਿਕ ਫੀਲਡ ਕੀ ਹੋਊਗੀ EA plus EB। ਠੀਕ ਹੈ ਜੀ, ਜੇਕਰ ਅਸੀਂ ਸੇਮ ਵੈਲਿਊ ਚਾਰਜ ਦੀ ਲੈ ਕੇ ਚੱਲ ਰਹੇ ਹਾਂ, ਸਿਗਮਾ ਦੋਵਾਂ ਵਾਸਤੇ ਸੇਮ ਲੈ ਕੇ ਚੱਲ ਰਹੇ ਹਾਂ, ਤਾਂ ਸਾਨੂੰ ਪਤਾ ਵੀ EA ਇੱਕ ਥਿਨ ਸ਼ੀਟ ਵਾਸਤੇ ਵੈਲਿਊ ਕੀ ਹੁੰਦੀ ਸਿਗਮਾ ਬਾਈ 2 ਐਪਸਾਈਲਨ ਨੋਟ। ਸੋ ਇਸ ਪੁਆਇੰਟ ਦੇ ਉੱਪਰ ਟੋਟਲ ਇਲੈਕਟ੍ਰਿਕ ਫੀਲਡ ਦੀ ਵੈਲਿਊ ਕੀ ਹੋਊਗੀ E of A plus E of B। ਕਹਿਣ ਦਾ ਮਤਲਬ ਆਪਣੇ ਕੋਲ ਜਿਹੜੀ ਵੈਲਿਊ ਆਏਗੀ ਉਹ ਬਣ ਜਾਏਗੀ ਸਿਗਮਾ ਬਾਈ 2 ਐਪਸਾਈਲਨ ਨੋਟ ਪਲੱਸ ਸਿਗਮਾ ਬਾਈ 2 ਐਪਸਾਈਲਨ ਨੋਟ। ਜਦੋਂ ਅਸੀਂ ਇਹਨੂੰ ਐਡ ਕਰਾਂਗੇ ਬਣ ਜਾਊਗਾ 2 ਸਿਗਮਾ ਬਾਈ 2 ਐਪਸਾਈਲਨ ਨੋਟ। ਠੀਕ ਹੈ ਜੀ, 2 ਨਾਲ 2 ਕੈਂਸਲ, ਇਸ ਲਈ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ ਸਿਗਮਾ ਬਾਈ ਐਪਸਾਈਲਨ ਨੋਟ। ਇਹ ਪੁਆਇੰਟ ਆਪਾਂ ਯਾਦ ਰੱਖ ਲੈਣਾ। ਇੱਥੇ ਜਿਹੜਾ ਮੇਨ ਪੁਆਇੰਟ ਇੱਥੇ ਯਾਦ ਰੱਖਣ ਵਾਲਾ ਉਹ ਇਹ ਹੈ ਆਪਣੇ ਕੋਲੇ ਕਿ ਜਿਹੜੀ ਥਿਕ ਸ਼ੀਟ ਹੈ ਉਹ ਆਪਣੇ ਕੋਲੇ 2 ਪਲੇਨ ਥਿਨ ਸ਼ੀਟ ਦੇ ਬਰਾਬਰ ਹੈ, ਤੇ ਇੱਕ ਥਿਨ ਸ਼ੀਟ ਦੀ ਜਿਹੜੀ ਵੈਲਿਊ ਹੈ ਉਹ ਸਿਗਮਾ ਬਾਈ 2 ਐਪਸਾਈਲਨ ਨੋਟ ਹੁੰਦੀ ਹੈ। ਠੀਕ ਹੈ ਜੀ, ਜੇਕਰ ਸਿਮਿਲਰਲੀ ਚਾਰਜ ਅਸੀਂ ਲੈਫਟ ਹੈਂਡ ਸਾਈਡ ਤੇ ਲਵਾਂਗੇ, ਕਿਉਂਕਿ ਜਿਹੜੀ ਥਿਨ ਸ਼ੀਟ ਹੈ ਉਹ ਸੇਮ ਚਾਰਜ ਹੈ ਬੋਥ ਸਾਈਡ ਤੇ ਅਪੀਅਰ ਕਰਦਾ ਹੈ, ਇਸ ਲਈ ਦੋਵਾਂ ਦੇ ਵਿੱਚ ਜਿਹੜੀ ਵੈਲਿਊ ਹੋਊਗੀ EA ਤੇ EB ਦੀ ਵੈਲਿਊ ਇੱਧਰਲੀ ਸਾਈਡ ਤੇ ਹੋ ਜਾਏਗੀ, ਤੇ ਵੈਲਿਊ ਜਿਹੜੀ ਸੇਮ ਆਪਣੇ ਕੋਲ ਆਏਗੀ। ਜੇਕਰ ਸੈਂਟਰ 'ਚ ਓਰੀਜਨ ਲੈ ਕੇ ਚੱਲਦੇ ਹਾਂ ਤਾਂ ਇਹਨੂੰ ਅਸੀਂ ਨੈਗੇਟਿਵ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। ਇਹ ਕੇਸ ਨੂੰ ਅੱਗੇ ਜਾ ਕੇ ਆਪਾਂ ਹੁਣ ਥੋੜਾ ਜਿਹਾ ਡੈਪਥ ਦੇ ਵਿੱਚ ਜਿਹੜਾ ਆਪਾਂ ਡਿਸਕਸ ਕਰਦੇ ਹਾਂ। ਠੀਕ ਹੈ ਜੀ, ਲਓ ਜੀ, ਉਹੀ ਕੇਸ ਜਿਹੜਾ ਆਪਾਂ ਦੁਬਾਰਾ ਜੇ ਆਪਾਂ ਇਹਨੂੰ ਪੁਆਇੰਟਸ ਦੀ ਫਾਰਮ ਦੇ ਵਿੱਚ ਆਪਾਂ ਡਿਸਕਸ ਕਰੀਏ, ਇਹ ਆਪਾਂ ਇੱਕ ਥਿਨ ਸ਼ੀਟ ਦਾ ਜਿਹੜਾ ਵਿਊ ਹੈ, ਥਿਕ ਸ਼ੀਟ ਦਾ ਜਿਹੜਾ ਵਿਊ ਹੈ ਆਪਾਂ ਰਿਪਰੈਜ਼ੈਂਟ ਕੀਤਾ। ਠੀਕ ਹੈ ਜੀ, ਇਟ ਇਜ਼ ਦੀ ਕੰਬੀਨੇਸ਼ਨ ਆਫ 2 ਥਿਨ ਸ਼ੀਟਸ, ਪੈਰਲਰ ਥਿਨ ਸ਼ੀਟਸ, ਦੋ ਪਤਲੀਆਂ ਸ਼ੀਟਾਂ ਦੇ ਕੰਬੀਨੇਸ਼ਨ ਦੇ ਫਾਰਮ 'ਚ ਆਪਾਂ ਰਿਪਰੈਜ਼ੈਂਟ ਕੀਤਾ। ਠੀਕ ਹੈ ਜੀ, ਇਹਦੇ ਵਿੱਚ ਇਹ ਅਗਲਾ ਆਰਟੀਕਲ ਵੈਸੇ ਆਪਣੇ ਕੋਲ ਇਹੀ ਹੈ ਜਿਹਦੇ ਵਿੱਚ ਆਪਾਂ ਕੀ ਕਰਨਾ ਹੈਗਾ, ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਨੀ ਹੈ 2 ਥਿਨ ਪੈਰਲਰ ਸ਼ੀਟਸ ਦੀ ਫਾਰਮ 'ਚੋਂ। ਆਪਾਂ ਇੱਥੇ ਹੀ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜੀ, ਆਪਾਂ ਡੈਂਸਿਟੀ ਨੂੰ ਅਲੱਗ-ਅਲੱਗ ਵੀ ਲੈ ਸਕਦੇ ਹਾਂ, ਸਿਗਮਾ 1 ਸਿਗਮਾ 2। ਠੀਕ ਹੈ ਜੀ, ਸੇਮ ਵੀ ਲੈ ਸਕਦੇ ਹਾਂ। ਆਪਾਂ ਸੇਮ ਲੈ ਕੇ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਨਸੈਪਟ ਤੇ ਆਪਾਂ ਜਿਹੜਾ ਆਪਦੀ ਪਕੜ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਵੀ ਨੋ ਦੈਟ ਇਨ ਕੇਸ ਆਫ ਥਿਨ ਸ਼ੀਟ E ਦੀ ਵੈਲਿਊ ਕੀ ਹੁੰਦੀ ਹੈ ਸਿਗਮਾ ਬਾਈ 2 ਐਪਸਾਈਲਨ ਨੋਟ। ਇੱਥੇ ਅਸੀਂ ਲੈ ਕੇ ਚੱਲ ਰਹੇ ਹਾਂ ਵੀ ਸਿਗਮਾ ਦੀ ਵੈਲਿਊ ਦੋਵਾਂ ਵਾਸਤੇ ਕੀ ਹੈ
सेम है, तो इत्थे भी अपने को की है सिग्मा बाय 2 एप्सिलॉन नॉट। पैरेलल के केस जिस असीं गल करिए, लैट दिस इज दी ओरीजन, ठीक है जी, ये ओरीजन है। तो एक गल याद रखो, जो ओरीजन की लैफ्ट हैंड साइड है उन्होंने असीं नैगेटिव लैके चलते, जिवें असीं एक्स एक्सिस की जनरली गल करते हैं भी ओरीजन है, तो इधरली साइड आप की लैके चलते हैं पॉजिटिव, तो इधर आप की लैके चलते हैं वैल्यू नैगेटिव, ठीक है जी। हुण अपने कोले की ऑबजरवेशन पॉइंट है जो 3 थावां ते रखा जा सकता है, वो अपने कोले इधर भी रखा जा सकता है, इस पॉइंट ते भी रखा जा सकता साइड ते, ते इन दोवां दे विचकार भी जो ऑबजरवेशन पॉइंट रखा जा सकता, ठीक है जी। ए शीट नूं आपां ए कह दीए तो ए शीट नूं आपां बी कह दीए, ताकि डिफरेंशिएट करना सौखा हो जाए। मान लो जो हुण अपने कोल ऑबजरवेशन पॉइंट है वो E2 रीजन दे 2 रीजन दे विच पिया, ठीक है जी। तो वट विल बी द डायरैक्शन ऑफ द इलैक्ट्रिक फील्ड, बी साइड करके की होगी रेडियली आउटवर्ड इधरली डायरैक्शन, ए करके भी की होगी रेडियली आउटवर्ड इधरली साइड ते EA, ठीक है जी। हुण दोवें सेम डायरैक्शन दे विच दोवें पॉजिटिव होणगियां, दोवां दा जदों असीं सम करांगे तो इलैक्ट्रिक फील्ड की होगी E ऑफ A प्लस E ऑफ B। एक दी वैल्यू सानूं पता सिग्मा बाय 2 एप्सिलॉन नॉट प्लस सिग्मा बाय 2 एप्सिलॉन नॉट, तो जिहड़ी वैल्यू आएगी अपने को आ गई सिग्मा बाय एप्सिलॉन नॉट, ठीक है जी। जे असीं रीजन 1 की गल करते हैं, मान लो ऑबजरवेशन पॉइंट इस साइड ते लाई करदा है, क्योंकि जिहड़ी शीट है वो अपने को थिन शीट है, सेम चार्ज बोथ साइड ते अपीयर करूगा, तो इलैक्ट्रिक फील्ड की डायरैक्शन की होगी EA, उधरों भी की होगी रेडियली आउटवर्ड ही होनी है EB। बट द पॉइंट हेयर इज दैट ऑबजरवेशन पॉइंट इज लाइंग ऑन द लैफ्ट हैंड साइड ऑफ द ओरीजन, जिहड़ा ऑबजरवेशन पॉइंट है वो ओरीजन के खब्बे पासे लाई कर रहा, जिंदी वैल्यू असीं नैगेटिव नाल रिप्रजेंट करते हैं, वैल्यू होएगी ऐड ही, बट वैल्यू की होगी माइनस EA माइनस EB। जो असीं वैल्यू पुट करांगे तो अपने को की होगी माइनस सिग्मा बाय 2 एप्सिलॉन नॉट माइनस सिग्मा बाय 2 एप्सिलॉन नॉट, तो वैल्यू की आ गई माइनस सिग्मा बाय एप्सिलॉन नॉट। जिहड़ा ये नैगेटिव साइन है ये सिर्फ ये चीज़ शो कर रहा है भी जिहड़ा ऑबजरवेशन पॉइंट है ना वो ओरीजन की लैफ्ट हैंड साइड ते पिया होया, ठीक है जी। हुण असीं आईए आपदे थर्ड केस दे विच सेंटर ते आ जाइए। सेंटर ते देखो जिहड़ी EA वालों इलैक्ट्रिक फील्ड आउणी है वो आउणी है टुवर्ड राइट रेडियली आउटवर्ड, ठीक है जी। तो जिहड़ी EB तो इलैक्ट्रिक फील्ड आउणी है वो अपने कोल आउणी है इधरली साइड ते EB, ठीक है, क्योंकि रेडियली आउटवर्ड होनी है, बट टुवर्ड क्योंकि ऑबजरवेशन पॉइंट ओरीजन वाला है, इसलिए इनका जिहड़ी डायरैक्शन होगी EB दी होगी टुवर्ड लैफ्ट ऑफ द ओरीजन, तो EA होगी टुवर्ड द राइट। ਇਹਦਾ मतलब EB की वैल्यू की होगी नैगेटिव, तो EA की वैल्यू की होगी पॉजिटिव। जो असीं टोटल की वैल्यू कैलकुलेट करांगे तो अपने को आऊगी EA माइनस EB, ठीक है जी। इसलिए जो इनकी वैल्यू पुट करांगे सिग्मा बाय 2 एप्सिलॉन नॉट माइनस सिग्मा बाय 2 एप्सिलॉन नॉट, तो टोटल इलैक्ट्रिक फील्ड की वैल्यू सेंटर दे विच अपने कोल कितनी आएगी 0, ठीक है जी। इत्थे पॉइंट दे विच कन्फ्यूज नहीं होना भी नैगेटिव क्यों लिया, क्योंकि EB है जिहड़ा वो ओरीजन दे लैफ्ट हैंड साइड वाल मूव कर रहा है, इसलिए इनकी वैल्यू नैगेटिव है। EA है जिहड़ा राइट हैंड साइड वाल मूव कर रहा है, इसलिए इनकी वैल्यू अपने कोल की पॉजिटिव। जिवें कि आपां नूं पता ही है भी एक मैटल के केस दे विच जिहड़ा सेंटर विच कोई भी इलैक्ट्रिक फील्ड नहीं हुंदी जो सेम चार्ज आपां दिता, ठीक है जी। तो ये सेम केस बन गया, याद रख लेना भी राइट हैंड साइड ते सिग्मा बाय एप्सिलॉन नॉट पॉजिटिव, एक्सट्रीम लैफ्ट हैंड साइड ते अपने कोल माइनस सिग्मा, ते सेंटर दे विच अपने कोल कितनी वैल्यू है 0, ठीक है जी। उम्मीद करदा है पॉइंट है जिहड़ा तुहानूं क्लीयर हो गया होगा, क्योंकि ज़्यादातर बच्चों नूं जिहड़ा इस पॉइंट दे विच जिहड़ी प्रॉब्लम आउंदी है, ठीक है। हुण आपां जे थोड़ा जिहा इनू इसे केस नूं असीं डिस्कस करिए भी मान लो जिवें आपां कैपेसिटर दे केस 'च अगे जाके इनू एक्सटेंड करना, आपां नूं पता कैपेसिटर दे विच की एक प्लेट पॉजिटिव हुंदी है तो एक प्लेट अपने कोल नैगेटिव हुंदी है, ठीक है जी। मान लो एक प्लेट नूं आपां पॉजिटिव शो कर लिया, एक प्लेट नूं आपां नैगेटिव। डेंसिटी आपां सरफेस चार्ज डेंसिटी आपां सेम लैके चलनी, कहना मतलब इत्थे वैल्यू माइनस सिग्मा बाय 2 एप्सिलॉन नॉट, तो इत्थे वैल्यू की है प्लस सिग्मा बाय 2 एप्सिलॉन नॉट, ठीक है जी। ए शीट का नाम आप रखता ए शीट का नाम आप रखता B। दो पैरेलल शीट है, आ ओरीजन है, ओरीजन के लैफ्ट हैंड साइड ते नैगेटिव, राइट हैंड साइड ते पॉजिटिव, तो उस तरह नाल केस बन गए। ओरीजन 1 लै लो, आ ओरीजन साइड 2, तो आ थर्ड पार्ट आ गया 3, ठीक है जी। सो इत्थे आपां पहला मान लो थर्ड पार्ट है जिहड़ा उहनूं असीं पहला मान लो एक्सप्लेन करने की कोशिश करते हैं, फस्ट सैकेंड इक्को नाल दे। हुण इलैक्ट्रिक फील्ड EA करके की होगी रेडियली आउटवर्ड इधरली साइड ते,
ਪਹਿਲਾਂ ਵਾਲਾ ਕੇਸ ਹੀ ਬਣਨਾ ਈ ਏ ਤੇ ਈ ਬੀ ਦੀ ਵੈਲਿਊ ਆਪਣੇ ਕੋਲ ਕੀ ਡਾਇਰੈਕਸ਼ਨ ਹੋਊਗੀ, ਇਹ ਵੈਕਟਰ ਨਹੀਂ ਬੇਟੇ ਡਾਇਰੈਕਸ਼ਨ ਸ਼ੋ ਕੀਤੀ ਹੈ। ਈ ਬੀ ਦੀ ਡਾਇਰੈਕਸ਼ਨ ਕੀ ਹੋਊਗੀ, ਈ ਬੀ ਦੀ ਡਾਇਰੈਕਸ਼ਨ ਕੀ ਹੋਊਗੀ ਟੂਵਰਡ ਦੀ ਨੈਗੇਟਿਵ, ਕਿਉਂਕਿ ਜਿਹੜੀ ਇਲੈਕਟ੍ਰਿਕ ਫੀਲਡ ਹੈ ਉਹ ਪੋਜ਼ਿਟਿਵ ਚਾਰਜ ਤੋਂ ਰੇਡੀਅਲੀ ਆਊਟਵਰਡ ਹੁੰਦੀ ਹੈ ਤੇ ਨੈਗੇਟਿਵ ਚਾਰਜ ਵਾਸਤੇ ਉਹ ਕਿੱਧਰ ਨੂੰ ਹੁੰਦੀ ਹੈ, ਜੇ ਪੋਜ਼ਿਟਿਵ ਚਾਰਜ ਹੈ ਤਾਂ ਇਲੈਕਟ੍ਰਿਕ ਫੀਲਡ ਕਿਵੇਂ ਜਨਰੇਟ ਹੁੰਦੀ ਹੈ, ਰੇਡੀਅਲੀ ਆਊਟਵਰਡ, ਤੇ ਜੇ ਨੈਗੇਟਿਵ ਚਾਰਜ ਹੈ ਕਿਸ ਤਰ੍ਹਾਂ ਨਾਲ ਵੈਲਿਊ ਹੁੰਦੀ ਹੈ ਆਪਣੇ ਕੋਲੇ, ਰੇਡੀਅਲੀ ਇਨਵਰਡ। ਹੁਣ ਇਹ ਨੈਗੇਟਿਵ ਚਾਰਜ ਹੈ ਤਾਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕੀ ਹੋਊਗੀ, ਰੇਡੀਅਲੀ ਇਨਵਰਡ ਹੋਏਗੀ। ਠੀਕ ਹੈ ਜੀ, ਇਹਦਾ ਮਤਲਬ ਈ ਬੀ ਦੀ ਵੈਲਿਊ ਆਪਣੇ ਕੋਲ ਇਹ ਹੋਗੀ, ਦੋਵੇਂ ਸੇਮ ਡਾਇਰੈਕਸ਼ਨ ਦੇ ਵਿੱਚ ਹੈ। ਠੀਕ ਹੈ ਜੀ, ਤਾਂ ਜਦੋਂ ਅਸੀਂ ਇਹਨਾਂ ਦੀ ਆਪਾਂ ਵੈਲਿਊ ਜਿਹੜੀ ਅਸੀਂ ਪੁੱਟ ਕਰਾਂਗੇ ਤਾਂ ਉੱਥੋਂ ਅਸੀਂ ਇਹਦੀ ਵੈਲਿਊ ਨੂੰ ਕੀ ਕਰ ਸਕਦੇ ਹਾਂ, ਕੈਲਕੂਲੇਟ ਕਰ ਸਕਦੇ ਹਾਂ ਵੀ ਇਹਦੀ ਵੈਲਿਊ ਆਪਣੇ ਕੋਲ ਕਿੰਨੀ ਹੋਏਗੀ। ਧਿਆਨ ਨਾਲ ਦੇਖੋ, ਜਿਹੜੀ ਇੱਥੇ ਇਲੈਕਟ੍ਰਿਕ ਫੀਲਡ ਹੈ ਇਹ ਆਪਣੇ ਕੋਲੇ ਕੀ ਹੈ, ਅਸੀਂ ਇਸ ਪੁਆਇੰਟ ਵੱਲ ਜਿਹੜਾ ਇਹਨੂੰ ਚੈੱਕ ਕਰਨਾ ਸੀ, ਆਹ ਆਪਾਂ ਥੋੜਾ ਜਿਹਾ ਤੇ ਗਲਤੀ ਕਰ ਗਏ। ਇਸ ਪੁਆਇੰਟ ਤੋਂ ਜਿਹੜਾ ਚਾਰਜ ਇੱਧਰ ਨਹੀਂ ਮੂਵ ਕਰ ਰਿਹਾ, ਸ਼ੀਟ ਤੋਂ ਆਉਣਾ ਹੈ ਤੇ ਸ਼ੀਟ ਤੋਂ ਆਹ ਵਾਲੀ ਵੈਲਿਊ ਆਏਗੀ ਆਪਣੇ ਕੋਲੇ, ਰੇਡੀਅਲੀ ਇਨਵਰਡ, ਈ ਆਫ ਬੀ ਰੇਡੀਅਲੀ ਇਨਵਰਡ। ਠੀਕ ਹੈ ਜੀ, ਸੋ ਇਸ ਪੁਆਇੰਟ ਦੇ ਉੱਪਰ ਜਿਹੜੀ ਆਪਣੇ ਕੋਲ ਡਾਇਰੈਕਸ਼ਨ ਹੈ ਈ ਏ ਤੇ ਈ ਬੀ ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਬਣਨਗੇ। ਠੀਕ ਹੈ ਜੀ, ਈ ਏ ਤੇ ਈ ਬੀ ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆਪਣੇ ਕੋਲ ਬਣਨਗੇ। ਜਦੋਂ ਅਸੀਂ ਇਹਨਾਂ ਦੀ ਵੈਲਿਊ ਪੁੱਟ ਕਰਾਂਗੇ ਈ ਏ ਤੇ ਈ ਬੀ ਦੀ, ਤਾਂ ਆਪਣੇ ਕੋਲ ਕੀ ਹੋਊਗਾ, ਇਹ ਵੈਲਿਊ ਆਊਗੀ ਈ ਆਫ ਏ ਮਾਈਨਸ ਈ ਆਫ ਬੀ, ਕਿਉਂਕਿ ਈ ਆਫ ਬੀ ਕਿਹੜੀ ਸਾਈਡ ਤੇ ਮੂਵ ਕਰ ਰਿਹਾ, ਓਰੀਜਨ ਦੇ ਲੈਫਟ ਹੈਂਡ ਸਾਈਡ ਵੱਲ, ਈ ਏ ਕਿੱਧਰ ਮੂਵ ਕਰ ਰਿਹਾ, ਰਾਈਟ ਹੈਂਡ ਸਾਈਡ। ਈ ਏ ਦੀ ਵੈਲਿਊ ਕੀ ਹੈ, ਸਿਗਮਾ ਬਾਏ 2 ਐਪਸਾਈਲਨ ਨੋਟ, ਮਾਈਨਸ ਈ ਬੀ ਦੀ ਵੈਲਿਊ ਕੀ, ਮਾਈਨਸ ਸਿਗਮਾ ਬਾਏ 2 ਐਪਸਾਈਲਨ ਨੋਟ। ਤਾਂ ਮਾਈਨਸ ਮਾਈਨਸ ਪਲੱਸ, ਤਾਂ ਵੈਲਿਊ ਕੀ ਆ ਜੂਗੀ, ਸਿਗਮਾ ਬਾਏ ਐਪਸਾਈਲਨ ਨੋਟ, ਸਿਗਮਾ ਬਾਏ ਐਪਸਾਈਲਨ ਨੋਟ। ਇਹ ਪੁਆਇੰਟ ਆਪਾਂ ਨੋਟ ਕਰ ਲੈਣਾ। ਠੀਕ ਹੈ ਜੀ, ਆਪਾਂ ਆਬਜ਼ਰਵੇਸ਼ਨ ਪੁਆਇੰਟ ਵੱਲ ਨੂੰ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇਖਣੀ ਹੈ, ਆਬਜ਼ਰਵੇਸ਼ਨ ਪੁਆਇੰਟ ਤੋਂ ਨਹੀਂ ਦੇਖਣੀ। ਠੀਕ ਹੈ ਜੀ, ਜਿਹੜਾ ਆਪਾਂ ਸ਼ੁਰੂ ਤੋਂ ਇੱਥੇ ਗਲਤੀ ਕੀਤੀ ਸੀ ਆ, ਇਸ ਲਈ ਆਪਣੇ ਕੋਲ ਆਪਾਂ ਯਾਦ ਰੱਖਣਾ ਵੀ ਜੇਕਰ ਇੱਕ ਪੋਜ਼ਿਟਿਵ ਪਲੇਟ ਹੈ ਇੱਕ ਨੈਗੇਟਿਵ ਪਲੇਟ ਹੈ ਤਾਂ ਉਹਨਾਂ ਦੇ ਵਿਚਕਾਰ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਆਊਗੀ, ਸਿਗਮਾ ਬਾਏ ਐਪਸਾਈਲਨ ਨੋਟ। ਸਿਮਿਲਰਲੀ ਹੁਣ ਜੇ ਅਸੀਂ ਆਬਜ਼ਰਵੇਸ਼ਨ ਪੁਆਇੰਟ ਐਸ ਇੱਥੇ ਰੱਖਦੇ ਹਾਂ 1 ਦੇ ਵਿਚਕਾਰ, ਤਾਂ ਇਲੈਕਟ੍ਰਿਕ ਫੀਲਡ ਦੀ ਵੈਲਿਊ ਦੇਖੋ, ਇੱਧਰ ਜਿਹੜੀ ਇਲੈਕਟ੍ਰਿਕ ਫੀਲਡ ਹੈ ਥਿਨ ਸ਼ੀਟ ਦੀ ਤਰ੍ਹਾਂ ਬਿਹੇਵ ਕਰ ਰਹੀ ਹੈ, ਈ ਏ ਰੇਡੀਅਲੀ ਆਊਟਵਰਡ ਟੁਵਰਡ ਦੀ ਆਬਜ਼ਰਵੇਸ਼ਨ ਪੁਆਇੰਟ। ਠੀਕ ਹੈ ਜੀ, ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਇੱਥੇ ਜਿਹੜੀ ਵੈਲਿਊ ਆਪਣੇ ਕੋਲ ਨੈਗੇਟਿਵ ਸ਼ੀਟ ਹੈ, ਠੀਕ ਹੈ ਜੀ, ਨੈਗੇਟਿਵ ਸ਼ੀਟ ਦੇ ਵਿਚਕਾਰ ਆਪਣੇ ਕੋਲ ਕੀ ਹੋਣੀ ਹੈ, ਵੈਲਿਊ ਆਪਣੇ ਕੋਲੇ ਇਧਰੋਂ ਜਿਹੜੀ ਵੈਲਿਊ ਇਧਰਲੀ ਸਾਈਡ ਤੇ ਆਪਣੇ ਕੋਲ ਆ ਈ ਬੀ ਆ ਰਹੀ ਹੈ, ਦੇਖੋ ਆ ਈ ਬੀ ਹੈ ਟੁਵਰਡ ਦੀ ਆਬਜ਼ਰਵੇਸ਼ਨ ਪੁਆਇੰਟ, ਤੇ ਇਹਦੀ ਡਾਇਰੈਕਸ਼ਨ ਵੀ ਆਪਣੇ ਕੋਲ ਆ ਹੋਣੀ ਇੱਧਰ। ਠੀਕ ਹੈ ਜੀ, ਦੋਵੇਂ ਆਪਣੇ ਕੋਲ ਕੀ ਹੋਣਗੇ, ਐਡ ਹੋਣਗੇ, ਬਟ ਇੱਕ ਦੀ ਵੈਲਿਊ ਪੋਜ਼ਿਟਿਵ ਹੈ ਤੇ ਇੱਕ ਦੀ ਵੈਲਿਊ ਨੈਗੇਟਿਵ, ਭਾਵੇਂ ਦੋਵੇਂ ਲੈਫਟ ਹੈਂਡ ਸਾਈਡ ਤੇ ਮੂਵ ਕਰ ਰਹੇ ਆ ਤੇ ਵੈਲਿਊ ਦੋਵਾਂ ਦੀ ਨੈਗੇਟਿਵ ਹੋਏਗੀ। ਈ ਏ ਮਾਈਨਸ ਈ ਬੀ, ਮਾਈਨਸ ਕਾਮਨ ਕੱਢ ਦਈਏ, ਈ ਏ ਪਲੱਸ ਈ ਬੀ, ਈ ਏ ਦੀ ਵੈਲਿਊ ਸਿਗਮਾ ਬਾਏ 2 ਐਪਸਾਈਲਨ ਨੋਟ, ਈ ਬੀ ਦੀ ਵੈਲਿਊ ਮਾਈਨਸ ਸਿਗਮਾ ਬਾਏ 2 ਐਪਸਾਈਲਨ ਨੋਟ। ਤਾਂ ਇੱਥੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਹੋਗੀ, ਇੱਥੇ ਹੋਗੀ 0। ਸਿਮਿਲਰਲੀ ਜੇ ਇਸ ਕੇਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਸੈਕੰਡ ਰੀਜ਼ਨ ਦੇ ਵਿੱਚ, ਤਾਂ ਇਲੈਕਟ੍ਰਿਕ ਫੀਲਡ ਦੀ ਜੇ ਅਸੀਂ ਵੈਲਿਊ ਲੈ ਕੇ ਚੱਲਦੇ ਹਾਂ, ਠੀਕ ਹੈ ਜੀ, ਵੀ ਉਹ ਕਿਸ ਤਰੀਕੇ ਦੇ ਨਾਲ ਆਪਣੇ ਕੋਲ ਵੈਲਿਊ ਆਊਗੀ ਟੁਵਰਡ ਦੀ ਆਬਜ਼ਰਵੇਸ਼ਨ ਪੁਆਇੰਟ ਜੇ ਅਸੀਂ ਲੈ ਕੇ ਚੱਲਦੇ ਹਾਂ, ਜਿਵੇਂ ਇਧਰੋਂ ਆਬਜ਼ਰਵੇਸ਼ਨ ਪੁਆਇੰਟ ਇਧਰਲੀ ਸਾਈਡ ਤੇ ਹੈ ਤਾਂ ਇਲੈਕਟ੍ਰਿਕ ਫੀਲਡ ਕੀ ਹੋਊਗੀ, ਨੈਗੇਟਿਵ ਚਾਰਜ ਕਰਕੇ ਇਧਰ ਨੂੰ ਟੁਵਰਡ ਈ ਆਫ ਬੀ, ਤੇ ਪੋਜ਼ਿਟਿਵ ਚਾਰਜ ਕਰਕੇ ਵੀ ਇਧਰਲੀ ਸਾਈਡ ਤੇ ਹੋਵੇਗੀ। ਸੇਮ ਕੇਸ ਈ ਆਫ ਏ ਤੇ ਈ ਆਫ ਬੀ, ਬਟ ਇਹ ਪੋਜ਼ਿਟਿਵ ਵੈਲਿਊ ਹੋਏਗੀ, ਬਟ ਇੱਕ ਦੀ ਵੈਲਿਊ ਕੀ ਹੈ, ਸਿਗਮਾ ਬਾਏ 2 ਐਪਸਾਈਲਨ ਨੋਟ, ਇੱਕ ਦੀ ਵੈਲਿਊ ਮਾਈਨਸ ਸਿਗਮਾ ਬਾਏ 2 ਐਪਸਾਈਲਨ ਨੋਟ ਹੈ। ਜਦੋਂ ਇਹਨਾਂ ਦੋਵਾਂ ਨੂੰ ਐਡ ਕਰਾਂਗੇ ਤਾਂ ਇਲੈਕਟ੍ਰਿਕ ਫੀਲਡ ਦੀ ਵੈਲਿਊ ਕੀ ਹੋਊਗੀ, 0। ਇਹ ਕੇਸ ਹੈ ਜਿਹੜਾ ਆਪਣੇ ਕੋਲ ਕੀ ਹੈ, ਜਿਹੜਾ ਕੇਸ ਅਸੀਂ ਪਹਿਲਾਂ ਡਿਸਕਸ ਕੀਤਾ ਜਿਹਦੇ ਵਿੱਚ ਦੋਵੇਂ ਹੀ ਸ਼ੀਟਸ ਪੋਜ਼ਿਟਿਵ ਚਾਰਜ ਹੁੰਦੀ ਹੈ। ਉਸ ਕੇਸ ਦੇ ਵਿੱਚ ਸੈਂਟਰ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਹੈ, ਜਿਹੜਾ ਚਾਰਜ ਹੁੰਦਾ ਹੈ ਉਹ ਆਪਣੇ ਕੋਲ ਕੀ ਹੁੰਦਾ, 0। ਕਹਿੰਦਾ ਮਤਲਬ ਜੇਕਰ ਅਸੀਂ ਦੋਵੇਂ ਹੀ ਪੋਜ਼ਿਟਿਵ ਸ਼ੀਟਸ ਲਈਆਂ, ਕਹਿੰਦਾ ਮਤਲਬ ਥਿਕ ਸ਼ੀਟ ਹੈ ਜਿਹਦੇ ਦੋਵੇਂ ਪੈਰਲਰ ਸ਼ੀਟ ਦੇ ਵਿੱਚ ਆਪਣੇ ਕੋਲ ਕੀ ਦੋ ਪੈਰਲਰ ਸ਼ੀਟ ਰੱਖੀਆਂ, ਦੋਵਾਂ ਦੇ ਉੱਪਰ ਆਪਾਂ ਕੀ ਕੀਤਾ ਹੋਇਆ, ਸੇਮ ਚਾਰਜ ਜੇ ਆਪਣੇ ਕੋਲ ਦਿੱਤਾ ਹੋਇਆ, ਤਾਂ ਇੱਥੇ ਵੈਲਿਊ ਇਲੈਕਟ੍ਰਿਕ ਫੀਲਡ ਦੀ ਕਿੰਨੀ ਆਈ ਸੀ, 0। ਇੱਥੇ ਵੈਲਿਊ ਕੀ ਆਈ ਸੀ, ਮਾਈਨਸ ਸਿਗਮਾ ਬਾਏ ਐਪਸਾਈਲਨ ਨੋਟ, ਇੱਧਰ ਵੈਲਿਊ ਕੀ ਆਈ ਸੀ, ਪਲੱਸ ਸਿਗਮਾ ਬਾਏ ਐਪਸਾਈਲਨ ਨੋਟ, ਓਰੀਜਨ ਦੇ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਤੇ। ਠੀਕ ਹੈ ਜੀ,
ਤੇ ਜੇ ਅਸੀਂ ਇਹੀ ਕੇਸ ਹੈ ਜਿਹੜਾ ਅਸੀਂ ਉਹ ਡਿਸਕਸ ਕੀਤਾ ਹੈਗਾ ਵੀ ਇੱਕ ਪਲੇਟ ਨੂੰ ਅਸੀਂ ਕੀ ਲੈ ਲਿਆ ਪੋਜ਼ਿਟਿਵ, ਦੋ ਪੈਰਲਲ ਅਸੀਂ ਸ਼ੀਟਸ ਰੱਖੀਆਂ ਹੋਈਆਂ ਥਿਨ, ਇਸ ਪਲੇਟ ਨੂੰ ਆਪਾਂ ਕੀ ਲਿਆ ਨੈਗੇਟਿਵ, ਤਾਂ ਉਸ ਕੇਸ ਦਾ ਉਲਟ ਹੋ ਜਾਣਾ। ਇਧਰ ਇਲੈਕਟ੍ਰਿਕ ਫੀਲਡ ਦੀ ਵੈਲਿਊ 0, ਇਧਰ ਇਲੈਕਟ੍ਰਿਕ ਫੀਲਡ ਦੀ ਵੈਲਿਊ 0, ਤੇ ਵਿਚਕਾਰ ਆਪਣੇ ਕੋਲ ਕੀ ਆ ਜਾਣੀ ਸਿਗਮਾ ਬਾਏ ਐਪਸਾਈਲਨ ਨੋਟ। ਇਹ ਪੁਆਇੰਟ ਆ ਜਿਹੜਾ ਆਪਣੇ ਕੋਲ ਯਾਦ ਰੱਖ ਲੈਣਾ। ਇਨ ਕੇਸ ਆਫ ਪੈਰਲਲ ਪਲੇਟ ਕਪੈਸਿਟਰ ਜਿਹੜੀ ਅਸੀਂ ਇਹ ਵੈਲਿਊ ਯੂਜ਼ ਕਰਦੇ ਹਾਂ ਵੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਆਊਟਸਾਈਡ ਹੈ ਜਿਹੜੀ ਕਪੈਸਿਟਰ ਦੇ ਆਲਮੋਸਟ ਆਪਾਂ 0 ਲੈ ਕੇ ਚੱਲਦੇ ਹਾਂ, ਤੇ ਸੈਂਟਰ ਦੇ ਵਿੱਚ ਜਿਹੜੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਹੈ ਆਪਾਂ ਨੂੰ ਪਤਾ ਹੈ ਵੀ ਪੋਜ਼ਿਟਿਵ ਟੂ ਨੈਗੇਟਿਵ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੁੰਦੀ ਉਹਦੀ ਵੈਲਿਊ ਕਿੰਨੀ ਹੁੰਦੀ ਹੈ ਸਿਗਮਾ ਬਾਏ ਐਪਸਾਈਲਨ ਨੋਟ। ਠੀਕ ਹੈ ਜੀ, ਇਹ ਪੁਆਇੰਟ ਆ ਜਿਹੜਾ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਉਮੀਦ ਕਰਦੇ ਹਾਂ ਕਿ ਸਾਰਾ ਆਰਟੀਕਲ ਹੈ ਜਿਹੜਾ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਬਸ ਇਸ ਪੁਆਇੰਟ ਦਾ ਧਿਆਨ ਰੱਖਣਾ ਵੀ ਥਿਨ ਸ਼ੀਟ ਹੈ ਜਿਹੜਾ ਉਹ ਆਈਡੀਅਲ ਕੇਸ ਆ, ਉਹਦੇ 'ਚ ਅਸੀਂ ਜਿਹੜੀ ਵੈਲਿਊ ਕੈਲਕੂਲੇਟ ਕੀਤੀ ਹੈ ਸਿਗਮਾ ਬਾਏ 2 ਐਪਸਾਈਲਨ ਨੋਟ ਹੈ, ਤੇ ਥਿਕ ਸ਼ੀਟ ਦੇ ਵਿੱਚ ਅਸੀਂ ਕੀ ਕਰਨਾ ਹੈ ਕੰਬੀਨੇਸ਼ਨ ਆਫ 2 ਥਿਨ ਸ਼ੀਟ ਮੰਨ ਕੇ ਉਹਦੀ ਵੈਲਿਊ ਪੁੱਟ ਕਰਨੀ ਹੈ, ਤੇ ਓਰੀਜਨ ਦਾ ਧਿਆਨ ਰੱਖ ਲੈਣਾ। ਟੁਵਰਡ ਦੀ ਆਬਜ਼ਰਵੇਸ਼ਨ ਪੁਆਇੰਟ ਹੈ ਜਿਹੜਾ ਅਸੀਂ ਉਹ ਡਾਇਰੈਕਸ਼ਨ ਹੈ ਜਿਹੜੀ ਡਰਾਅ ਕਰਨੀ। ਜੇ ਪੋਜ਼ਿਟਿਵ ਚਾਰਜ ਹੈ ਤਾਂ ਰੇਡੀਅਲੀ ਆਊਟਵਰਡ ਹੋਵੇਗੀ, ਜੇ ਨੈਗੇਟਿਵ ਚਾਰਜ ਹੈ ਤਾਂ ਉਹ ਆਪਣੇ ਕੋਲ ਕੀ ਹੋਊਗੀ ਰੇਡੀਅਲੀ ਇਨਵਰਡ, ਬਟ ਆਬਜ਼ਰਵੇਸ਼ਨ ਪੁਆਇੰਟ ਵੱਲ ਨੂੰ ਉਹਦੀ ਡਾਇਰੈਕਸ਼ਨ ਆਪਾਂ ਸ਼ੋਅ ਕਰਨੀ ਹੈਗੀ ਹੈ। ਇਸ ਪੁਆਇੰਟ ਤੋਂ ਆਪਾਂ ਨੂੰ ਇਹ ਜਿਹੜੇ ਸਾਰੇ ਡਾਊਟਸ ਹੈ ਉਹ ਕਲੀਅਰ ਹੋ ਜਾਣਗੇ। ਠੀਕ ਹੈ, ਉਮੀਦ ਕਰਦੇ ਹਾਂ ਤੁਹਾਨੂੰ ਜਿਹੜਾ ਆਰਟੀਕਲ ਹੈ ਉਹ ਕਲੀਅਰ ਹੋ ਗਿਆ ਹੋਵੇਗਾ। ਠੀਕ ਹੈ ਜੀ, ਜੇਕਰ ਤੁਹਾਨੂੰ ਪਸੰਦ ਆਇਆ ਠੀਕ ਹੈ ਜੀ ਤਾਂ ਪਲੀਜ਼ ਸ਼ੇਅਰ ਕਰੋ, ਪੋਜ਼ਿਟਿਵ ਵੇ ਦੇ ਵਿੱਚ ਕੋਈ ਇੰਪਰੂਵਮੈਂਟ ਕਰਨ ਦੇ ਲਈ ਕਮੈਂਟਸ ਕਰੋ। ਠੀਕ ਹੈ ਜੀ, ਤੇ ਗਰੁੱਪ ਨੂੰ ਵੱਧ ਤੋਂ ਵੱਧ ਜੁਆਇਨ ਕਰੋ ਤਾਂ ਕਿ ਜਿਹੜੀਆਂ ਹੋਰ ਵੀਡੀਓਜ਼ ਹੈ ਜਦੋਂ ਵੀ ਬਣਾਈਆਂ ਜਾਂਦੀਆਂ ਬਿਜ਼ੀ ਸ਼ਡਿਊਲ 'ਚੋਂ ਟਾਈਮ ਕੱਢ ਕੇ ਤੁਹਾਡੇ ਤੱਕ ਆਰਾਮ ਦੇ ਨਾਲ ਉਹ ਪਹੁੰਚ ਸਕਣ। ਥੈਂਕਸ ਐਂਡ ਹੈਵ ਅ ਨਾਈਸ ਡੇ।